हेलो दोस्तों, ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ ਨੰਬਰ 4 ਭਾਰਤ ਵਿੱਚ ਉਦਯੋਗਿਕ ਵਿਕਾਸ ਅਰਥ ਸ਼ਾਸਤਰ ਦਾ। ਠੀਕ ਹੈ, ਇਸ ਦੇ ਵਿੱਚ ਪਹਿਲਾ ਕੁਐਸਚਨ ਹੈ ਕਿ ਮੁੱਢਲੇ ਉਦਯੋਗਾਂ ਦੇ ਕੋਈ ਦੋ ਉਦਾਹਰਣ ਦਿਓ। ਜਿਹੜੇ ਉਦਯੋਗ ਹਨ ਮੁੱਢਲੇ ਉਦਯੋਗ, ਉਹਨਾਂ ਦੀ ਉਦਾਹਰਨਾਂ ਦੇਣੀਆਂ। ਠੀਕ ਹੈ, ਇਸ ਦੇ ਵਿੱਚ ਪਹਿਲਾ ਆ ਜਾਂਦਾ ਹੈ ਇਸਪਾਤ ਉਦਯੋਗ, ਲੋਹਾ ਉਦਯੋਗ, ਕੋਇਲਾ ਉਦਯੋਗ ਅਤੇ ਐਲੂਮੀਨੀਅਮ ਉਦਯੋਗ। ਠੀਕ ਹੈ, ਇਹ ਸਾਰੇ ਕੀ ਹਨ? ਉਦਯੋਗ। ਉਸ ਤੋਂ ਬਾਅਦ ਦੂਸਰਾ ਕੁਐਸਚਨ ਆਉਂਦਾ ਕਿ ਕੁਟੀਰ ਉਦਯੋਗ ਤੋਂ ਕੀ ਭਾਵ ਹੈ। ਜਿਹੜੇ ਕੁਟੀਰ ਉਦਯੋਗ ਹਨ ਤੋਂ ਇਹਨਾਂ ਤੋਂ ਕੀ ਭਾਵ ਹੈ? ਉੱਤਰ ਹੈ ਕਿ ਕੁਟੀਰ ਉਦਯੋਗ ਉਹ ਉਦਯੋਗ ਹਨ ਜੋ ਪੂਰਨ ਰੂਪ ਨਾਲ ਜਾਂ ਅੰਸ਼ਿਕ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਦੇ ਨਾਲ ਇੱਕ ਪੂਰਨਕਾਲੀਨ ਜਾਂ ਅੰਸ਼ਿਕਾਲੀਨ ਰੂਪ ਦੇ ਵਿੱਚ ਚਲਾਇਆ ਜਾ ਸਕਦਾ ਹੈ। ਠੀਕ ਹੈ, ਹੁਣ ਕੁਟੀਰ ਉਦਯੋਗ ਤੋਂ ਕੀ ਭਾਵ ਹੈ? ਕੁਟੀਰ ਉਦਯੋਗ ਤੋਂ ਭਾਵ ਉਹ ਉਦਯੋਗਾਂ ਤੋਂ ਹੈ ਜੋ ਪੂਰਨ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਦੇ ਨਾਲ ਕਿਸੇ ਪੂਰਨਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾ ਸਕਦਾ ਹੈ। ਠੀਕ ਹੈ, ਉਸ ਤੋਂ ਬਾਅਦ ਲਘੂ ਉਦਯੋਗ। ਲਘੂ ਉਦਯੋਗ ਉਹ ਹੁੰਦੇ ਹਨ, ਠੀਕ ਹੈ ਨਾ, ਜਿਨ੍ਹਾਂ ਵਿੱਚ 3 ਕਰੋੜ ਰੁਪਏ ਬੱਧੀ ਪੂੰਜੀ ਦਾ ਨਿਵੇਸ਼ ਹੁੰਦਾ ਹੈ। ਠੀਕ ਹੈ, ਕਹਿੰਦੇ ਲਘੂ ਉਦਯੋਗ ਕਿਹੜੇ ਹੁੰਦੇ ਜਿਸ ਦੇ ਵਿੱਚ 3 ਕਰੋੜ ਰੁਪਏ ਬੱਧੀ ਪੂੰਜੀ ਦਾ ਨਿਵੇਸ਼ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਚੌਥਾ ਕੁਐਸਚਨ ਹੈ ਕਿ ਲਘੂ ਉਦਯੋਗ ਦੀ ਇੱਕ ਸਮੱਸਿਆ ਦੱਸੋ। ਜਿਹੜੇ ਲਘੂ ਉਦਯੋਗ ਉਹਨਾਂ ਦੀ ਕੋਈ ਇੱਕ ਸਮੱਸਿਆ ਦੱਸਣੀ ਹੈ। ਸਮੱਸਿਆ ਹੈ ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ। ਠੀਕ ਹੈ ਨਾ, ਕਿ ਲਘੂ ਉਦਯੋਗ ਦੀ ਕੋਈ ਇੱਕ ਸਮੱਸਿਆ ਕੀ ਹੈ? ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ। ਉਸ ਤੋਂ ਬਾਅਦ ਆ ਜਾਂਦੇ ਆ ਅਗਲਾ ਨੈਕਸਟ ਕੁਐਸਚਨ ਹੈ ਕਿ ਭਾਰਤ ਵਿੱਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਦੇ ਕਾਰਨਾਂ ਦਾ ਵਰਣਨ ਕਰੋ। ਜਿਹੜਾ ਆ ਭਾਰਤ ਦੇ ਵਿੱਚ ਜਿਹੜਾ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਹੈ ਉਹ ਇਸ ਨੂੰ ਕਰਨ ਦੇ ਲਈ ਲੋੜ ਕਿਉਂ ਪੈ ਰਹੀ ਹੈ, ਇਸ ਦੇ ਕਾਰਨਾਂ ਦਾ ਵਰਣਨ ਕਰਨਾ ਹੈ। ਪਹਿਲਾ ਕਾਰਨ ਹੈ ਕਿ ਉਦਯੋਗੀਕਰਨ ਨਾਲ ਅਰਥ ਵਿਵਸਥਾ ਸੰਤੁਲਿਤ ਹੋਵੇਗੀ ਅਤੇ ਖੇਤੀਬਾੜੀ 'ਤੇ ਨਿਰਭਰਤਾ ਘੱਟ ਹੋਵੇਗੀ। ਠੀਕ ਹੈ, ਜਦੋਂ ਉਦਯੋਗੀਕਰਨ ਹੋਵੇਗਾ ਤਾਂ ਖੇਤੀਬਾੜੀ 'ਤੇ ਨਿਰਭਰਤਾ ਜਿਹੜੀ ਉਹ ਘੱਟ ਹੋਵੇਗੀ ਅਤੇ ਜਿਹੜੀ ਅਰਥ ਵਿਵਸਥਾ ਉਹ ਸੰਤੁਲਿਤ ਹੋਵੇਗੀ। ਠੀਕ ਹੈ, ਹੁਣ ਦੂਸਰਾ ਕੀ ਹੈ? ਉਦਯੋਗੀਕਰਨ ਨਾਲ ਨਵੇਂ ਉਦਯੋਗ ਲੱਗਦੇ ਹਨ ਜਿਸ ਦੇ ਸਿੱਟੇ ਵਜੋਂ ਦੇਸ਼ ਦੇ ਜਿਹੜੇ ਲੱਖਾਂ ਬੇਰੁਜ਼ਗਾਰ ਆ ਉਹਨਾਂ ਨੂੰ ਰੁਜ਼ਗਾਰ ਮਿਲਣ ਲੱਗਦਾ ਹੈ। ਠੀਕ ਹੈ, ਤਾਂ ਇਹ ਸੀਗੇ 2 ਪੁਆਇੰਟ ਜੋ ਸੀਗੀ ਭਾਰਤ ਵਿੱਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਦੇ ਕਾਰਨਾਂ ਦਾ ਵਰਣਨ ਕਰੋ। ਠੀਕ ਹੈ, ਤਾਂ ਇਹ 2 ਕਾਰਨ ਸੀਗੇ ਜਿਸ ਦੇ ਕਾਰਨ ਹੈ ਠੀਕ ਹੈ ਉਦਯੋਗੀਕਰਨ ਹੋਇਆ ਹੋਰ ਲੱਗਾ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਭਾਰਤ ਵਿੱਚ ਲਘੂ ਉਦਯੋਗ ਅਤੇ ਕੁਟੀਰ ਉਦਯੋਗ 'ਤੇ ਕੀ ਭਾਵ ਹੈ ਅਤੇ ਇਹਨਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ। ਆਪਾਂ ਪਿੱਛੇ ਵੀ ਪੜ੍ਹ ਕੇ ਆਏ ਕਿ ਲਘੂ ਉਦਯੋਗ ਅਤੇ ਕੁਟੀਰ ਉਦਯੋਗ ਕੀ ਹੁੰਦੇ ਹਨ ਅਤੇ ਉਹੀ ਇਸ ਦੇ ਵਿੱਚ ਆਪਾਂ ਲਿਖਣਾ। ਠੀਕ ਹੈ, ਅਤੇ ਕੁਟੀਰ ਉਦਯੋਗ ਉਹ ਉਦਯੋਗ ਹੁੰਦੇ ਹਨ ਜੋ ਪੂਰਨ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਦੇ ਨਾਲ ਇੱਕ ਪੂਰਨਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ। ਠੀਕ ਹੈ, ਇਹ ਹੋ ਗਿਆ ਕੁਟੀਰ ਉਦਯੋਗਾਂ ਦੇ ਬਾਰੇ। ਅਤੇ ਲਘੂ ਉਦਯੋਗ ਕੀ ਹੁੰਦੇ ਹਨ? ਜਿਸ ਦੇ ਵਿੱਚ 3 ਕਰੋੜ ਰੁਪਏ ਬੱਧੀ ਪੂੰਜੀ ਦਾ ਨਿਵੇਸ਼ ਹੁੰਦਾ। ਠੀਕ ਹੈ, ਤਾਂ ਲਘੂ ਉਦਯੋਗ ਤੋਂ ਭਾਵ ਉਹਨਾਂ ਉਦਯੋਗ ਤੋਂ ਹੈ ਜਿਸ ਦੇ ਵਿੱਚ 3 ਕਰੋੜ ਰੁਪਏ ਬੱਧੀ ਪੂੰਜੀ ਦਾ ਨਿਵੇਸ਼ ਹੁੰਦਾ ਹੈ। ਠੀਕ ਹੈ, ਹੁਣ ਇਹਨਾਂ ਦੇ ਜਿਹੜੀ ਸਮੱਸਿਆਵਾਂ ਹਨ, ਇਹਨਾਂ ਦੀ ਸਮੱਸਿਆਵਾਂ ਕਿਹੜੀਆਂ ਹਨ? ਇਹਨਾਂ ਦੀ ਪਹਿਲੀ ਸਮੱਸਿਆ ਇਹ ਹੈ ਕਿ ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ। ਉਹੀ ਜਿਹੜਾ ਪਹਿਲਾਂ ਆਪਾਂ ਪਿੱਛੇ ਕਰਕੇ ਆਏ ਕਿ ਕੋਈ ਇੱਕ ਸਮੱਸਿਆ ਦੱਸੋ, ਉਹੀ ਆ ਗਿਆ। ਠੀਕ ਹੈ, ਉਸ ਤੋਂ ਬਾਅਦ ਉਤਪਾਦਨ ਦੇ ਜਿਹੜੇ ਪੁਰਾਣੇ ਤਰੀਕੇ ਯੂਜ਼ ਕਰ ਰਹੇ ਹਨ, ਉਸ ਤੋਂ ਬਾਅਦ ਵਿਕਰੀ ਸੰਬੰਧਿਤ ਕਠਿਨਾਈਆਂ ਅਤੇ ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ। ਠੀਕ ਹੈ, ਇਹ ਇਹਨਾਂ ਦੇ 4 ਜਿਹੜੀ ਹੈ ਉਹ ਇਹਨਾਂ ਦੇ ਸਮੱਸਿਆਵਾਂ ਹਨ। ਅਗਲਾ ਕੁਐਸਚਨ ਹੈ ਕਿ ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ। ਜਿਹੜੇ ਲਘੂ ਉਦਯੋਗ ਅਤੇ ਕੁਟੀਰ ਉਦਯੋਗ ਇਹਨਾਂ ਦਾ ਕੀ ਮਹੱਤਵ ਕੀ ਹੈ ਇਹਨਾਂ ਦਾ। ਠੀਕ ਹੈ, ਪਹਿਲਾ ਪੁਆਇੰਟ ਹੈ ਕਿ ਕੁਟੀਰ ਉਦਯੋਗਾਂ ਵਿੱਚ ਘੱਟ ਪੂੰਜੀ ਦਾ ਨਿਵੇਸ਼ ਕਰਕੇ ਵਧੇਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਜਿਹੜੇ ਕੁਟੀਰ ਉਦਯੋਗ ਹੈਗੇ ਇਹਨਾਂ ਦੇ ਵਿੱਚ ਘੱਟ ਪੂੰਜੀ ਲਗਾ ਕੇ ਅਤੇ ਵਧੇਰੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਹੈ ਉਹ ਪ੍ਰਦਾਨ ਕੀਤਾ ਜਾ ਸਕਦਾ ਹੈ। ਦੂਸਰਾ ਪੁਆਇੰਟ ਹੈ ਇਹਨਾਂ ਉਦਯੋਗਾਂ ਦੇ ਕਾਰਨ ਆਮਦਨ ਅਤੇ ਧਨ ਦੀ ਵਧੇਰੇ ਵੰਡ ਸਮਾਨ ਹੁੰਦੀ ਹੈ। ਠੀਕ ਹੈ, ਹੁਣ ਇਹਨਾਂ ਉਦਯੋਗਾਂ ਦੇ ਕਾਰਨ ਜਿਹੜੀ ਆਮਦਨ ਅਤੇ ਜਿਹੜੇ ਧਨ ਦੀ ਵੰਡ ਆ ਉਹ ਸਮਾਨ ਹੁੰਦੀ ਹੈ। ਅਤੇ ਉਦਯੋਗਾਂ ਵਿੱਚ ਹੋਣ ਵਾਲੇ ਉਤਪਾਦਨ ਦਾ ਮਤਲਬ 100% ਜਿਹੜਾ ਉਤਪਾਦਨ ਹੁੰਦਾ ਹੈ ਉਸ ਦੇ ਵਿੱਚੋਂ 40% ਜਿਹੜਾ ਉਤਪਾਦਨ ਹੈ ਉਹ ਕੁਟੀਰ ਅਤੇ ਲਘੂ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਬਾਕੀ 60% ਜਿਹੜਾ ਉਤਪਾਦਨ ਹੈ ਬਾਕੀ 60% ਉਤਪਾਦਨ ਜਿਹੜਾ ਹੈਗਾ ਉਹ ਵੱਡੇ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਹੈ। ਠੀਕ ਹੈ, ਹੁਣ ਅਗਲਾ ਪੁਆਇੰਟ ਹੈ ਕਿ ਖੇਤੀ ਉੱਤੇ ਜਨਸੰਖਿਆ ਬਹੁਤ ਘੱਟ ਦਬਾਅ ਕਰਨ ਲਈ ਦਾ ਦਬਾਅ ਘੱਟ ਕਰਨ ਦੇ ਲਈ ਕੁਟੀਰ ਉਦਯੋਗਾਂ ਦੀ ਜਿਹੜੀ ਸਥਾਪਨਾ ਆ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਖੇਤੀ ਉੱਤੇ ਜਿਹੜੀ ਜਨਸੰਖਿਆ ਦੀ ਜਿਹੜੀ ਨਿਰਭਰਤਾ ਹੈ ਉਹ ਘੱਟ ਹੋਵੇ। ਹੈ ਨਾ, ਹੁਣ ਅਗਲਾ ਪੁਆਇੰਟ ਹੈ
ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦੇ ਵਿੱਚ ਅੰਤਰ ਦੱਸੋ ਅਤੇ ਇਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਬਾਰੇ ਸੁਝਾਅ ਦਿਓ। ਠੀਕ ਹੈ ਨਾ, ਜਿਹੜੀ ਭਾਰਤ ਦੇ ਵਿੱਚ ਲਘੂ ਅਤੇ ਕੁਟੀਰ ਉਦਯੋਗ ਹੈ ਇਹਨਾਂ ਦੇ ਵਿੱਚ ਅੰਤਰ ਦੱਸਣਾ ਅਤੇ ਇਹਨਾਂ ਦੀਆਂ ਜਿਹੜੀ ਸਮੱਸਿਆਵਾਂ ਹਨ ਉਹਨਾਂ ਦੇ ਹੱਲ ਕੱਢਣ ਬਾਰੇ ਵੀ ਸੁਝਾਅ ਜਿਹੜਾ ਹੈ ਉਹ ਦੱਸਣਾ ਹੈ। ਠੀਕ ਹੈ, ਸੋ ਪਹਿਲਾ ਹੈ ਕਿ ਲਘੂ ਅਤੇ ਕੁਟੀਰ ਉਦਯੋਗ ਦੇ ਵਿੱਚ ਅੰਤਰ ਕੀ ਹੈ। ਪਹਿਲਾ ਪੁਆਇੰਟ ਹੈ ਕਿ ਕੁਟੀਰ ਉਦਯੋਗ ਜ਼ਿਆਦਾਤਰ ਪਿੰਡਾਂ ਦੇ ਵਿੱਚ, ਠੀਕ ਹੈ, ਕੁਟੀਰ ਉਦਯੋਗ ਕਿੱਥੇ ਲੱਗਦੇ ਹਨ, ਕੁਟੀਰ ਉਦਯੋਗ ਜਿਹੜੇ ਹੈਗੇ ਉਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਲੱਗਦੇ ਹਨ ਅਤੇ ਇਹ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਫੈਲੇ ਹੁੰਦੇ ਹਨ, ਜਦ ਕਿ ਲਘੂ ਉਦਯੋਗ ਜਿਹੜੇ ਹੈਗੇ ਆ ਇਹ ਸ਼ਹਿਰਾਂ ਦੇ ਵਿੱਚ ਲੱਗੇ ਹੁੰਦੇ ਹਨ। ਠੀਕ ਹੈ, ਕਿੱਥੇ ਲੱਗੇ ਹੁੰਦੇ, ਸ਼ਹਿਰਾਂ ਦੇ ਵਿੱਚ ਲੱਗੇ ਹੁੰਦੇ ਹਨ। ਦੂਸਰਾ ਪੁਆਇੰਟ ਹੈ ਕਿ ਕੁਟੀਰ ਉਦਯੋਗ ਦੇ ਵਿੱਚ ਪਰਿਵਾਰ ਦੇ ਮੈਂਬਰ ਹੀ ਕੰਮ ਕਰ ਲੈਂਦੇ ਹਨ, ਪਰੰਤੂ ਜਿਹੜੇ ਹੈਗੇ ਲਘੂ ਉਦਯੋਗ ਹੈਗੇ ਜਾਂ ਫਿਰ, ਠੀਕ ਹੈ ਨਾ, ਲਘੂ ਉਦਯੋਗਾਂ ਦੇ ਵਿੱਚ ਭਾੜੇ ਦੇ ਮਜ਼ਦੂਰਾਂ ਦੀ ਕੰਮ ਕਰਨ ਲਈ ਲੋੜ ਹੁੰਦੀ ਹੈ। ਠੀਕ ਹੈ, ਹੁਣ ਇਹਨਾਂ ਦੇ ਜਿਹੜੇ ਸੁਝਾਅ ਹਨ, ਇਹਨਾਂ ਦੀ ਜਿਹੜੀ ਸਮੱਸਿਆਵਾਂ, ਹੁਣ ਪਹਿਲਾਂ ਆਪਾਂ ਸਮੱਸਿਆ ਪਿੱਛੇ ਪੜ੍ਹ ਕੇ ਹੁਣ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਜਿਹੜੇ ਢੰਗ ਆ ਉਸ ਦੇ ਬਾਰੇ ਪੜ੍ਹਨਾ ਹੈ। ਠੀਕ ਹੈ, ਸੋ ਪਹਿਲਾ ਪੁਆਇੰਟ ਹੈ ਉਤਪਾਦਿਤ ਵਸਤੂਆਂ ਦੀ ਸਰਕਾਰ ਰਾਹੀਂ ਖਰੀਦ ਕੀਤੀ ਜਾਵੇ। ਜਿਹੜੀ ਵਸਤੂਆਂ ਉਤਪਾਦਨ ਕੀਤੀ ਜਾ ਰਹੀ ਹੈ ਲਘੂ ਅਤੇ ਛੋਟੇ ਉਦਯੋਗਾਂ ਦੁਆਰਾ ਉਹਨਾਂ ਵਸਤੂਆਂ ਦਾ ਸਰਕਾਰ ਰਾਹੀਂ ਖਰੀਦ ਕੀਤਾ ਜਾਵੇ। ਦੂਸਰਾ ਹੈ ਕਿ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਜਿਹੜੇ ਲਘੂ ਅਤੇ ਛੋਟੇ ਉਦਯੋਗ ਹੈਗੇ ਉਹਨਾਂ ਨੂੰ ਵਿੱਤੀ ਸਹਾਇਤਾ ਯਾਨੀ ਪੈਸੇ ਦੀ ਜਿਹੜੀ ਸਹਾਇਤਾ ਹੈ ਉਹ ਪ੍ਰਦਾਨ ਕੀਤੀ ਜਾਵੇ। ਤੀਸਰਾ ਪੁਆਇੰਟ ਹੈ ਵਿਕਰੀ ਸੰਬੰਧੀ ਸਹੂਲਤਾਂ ਉਪਲਬਧ ਕਰਵਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਡਾ ਜਿਹੜਾ ਸਮਾਨ ਆ ਜਿਹੜਾ ਆਪਾਂ ਬਣਾਇਆ ਹੈਗਾ ਉਹ ਆਸਾਨੀ ਨਾਲ ਵਿਕ ਜਾਵੇ। ਉਸ ਤੋਂ ਬਾਅਦ ਹੈ ਕਿ ਜ਼ਿਲ੍ਹਾ ਪੱਧਰ 'ਤੇ ਉਦਯੋਗਿਕ ਕੇਂਦਰ ਸਥਾਪਿਤ ਕਰਨੇ ਚਾਹੀਦੇ ਹਨ। ਅਤੇ ਪੰਜਵਾਂ ਪੁਆਇੰਟ ਹੈ ਕਿ ਉਦਯੋਗਿਕ ਬਸਤੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਠੀਕ ਹੈ, ਜਿਹੜੀ ਉਦਯੋਗਿਕ ਬਸਤੀਆਂ ਹੁਣ ਉਹਨਾਂ ਦੀ ਸਥਾਪਨਾ ਵੀ ਕਰਨੀ ਚਾਹੀਦੀ ਹੈ। ਅਗਲਾ ਕੁਐਸਚਨ ਹੈ ਕਿ ਵੱਡੇ ਉਦਯੋਗਾਂ ਦੀ ਮਹੱਤਤਾ ਦੀ ਵਿਆਖਿਆ ਕਰੋ। ਜਿਹੜੇ ਵੱਡੇ ਉਦਯੋਗ ਹੈਗੇ ਵੱਡੇ ਉਹਨਾਂ ਦੀ ਮਹੱਤਤਾ ਕੀ ਹੈ। ਪਹਿਲਾ ਹੈ ਕਿ ਪੂੰਜੀਗਤ ਵਸਤਾਂ ਜਿਵੇਂ ਮਸ਼ੀਨਾਂ, ਯੰਤਰਾਂ, ਮੁੱਢਲੀਆਂ ਵਸਤਾਂ ਆਦਿ ਦਾ ਜਿਹੜਾ ਉਤਪਾਦਨ ਆ ਉਹ ਵੱਡੇ ਉਦਯੋਗਾਂ ਦੇ ਵਿੱਚ ਹੁੰਦਾ ਹੈ। ਠੀਕ ਹੈ, ਹੁਣ ਵੱਡੇ ਉਦਯੋਗਾਂ ਦੀ ਮਹੱਤਤਾ ਇਹ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਮਸ਼ੀਨਾਂ, ਠੀਕ ਹੈ, ਮਸ਼ੀਨਾਂ ਹੋ ਗਈਆਂ, ਯੰਤਰਾਂ ਹੋ ਗਏ, ਵੱਡੇ ਯੰਤਰ ਹੋ ਗਏ ਜਾਂ ਫਿਰ ਜਿਹੜੀ ਹੋਰ ਕਈ ਮੁੱਢਲੀਆਂ ਵਸਤੂਆਂ ਜਿਹੜੀਆਂ ਉਹ ਇਹਨਾਂ ਦਾ ਉਤਪਾਦਨ ਜਿਹੜਾ ਉਹ ਵੱਡੇ ਉਦਯੋਗਾਂ ਦੇ ਵਿੱਚ ਹੁੰਦਾ ਹੈ ਅਤੇ ਛੋਟੇ ਉਦਯੋਗਾਂ ਦੇ ਵਿੱਚ ਸਿਰਫ ਛੋਟੀਆਂ ਮੋਟੀਆਂ ਜਿਹੜੀਆਂ ਆਮ ਜਿਹੜੀਆਂ ਵਰਤੋਂ ਦੀਆਂ ਚੀਜ਼ਾਂ ਹਨ ਸਿਰਫ ਉਹਨਾਂ ਦਾ ਉਹੀ ਉਤਪਾਦਨ ਹੁੰਦਾ ਹੈ। ਦੂਸਰਾ ਹੈ ਕਿ ਵੱਡੇ ਪੈਮਾਨੇ ਦੇ ਉਦਯੋਗ ਆਰਥਿਕ ਆਧਾਰਿਤ ਸੰਰਚਨਾ ਦੇ ਸਾਧਨਾਂ ਦਾ ਉਤਪਾਦਨ ਕਰਕੇ ਦੇਸ਼ ਦੇ ਉਦਯੋਗੀਕਰਨ ਦੀ ਗਤੀ ਨੂੰ ਤੇਜ਼ ਕਰ ਸਕਦੇ ਹਨ। ਠੀਕ ਹੈ, ਕਹਿੰਦੇ ਕਿ ਜਿਹੜੇ ਵੱਡੇ ਪੈਮਾਨੇ ਦੇ ਜਿਹੜੇ ਉਦਯੋਗ ਹਨ ਯਾਨੀ ਵੱਡੇ ਜਿਹੜੇ ਉਦਯੋਗ ਹਨ ਆਰਥਿਕ ਆਧਾਰਿਤ ਸੰਰਚਨਾ ਦੇ ਆਧਾਰ ਦਾ ਉਤਪਾਦਨ ਕਰਕੇ ਆਰਥਿਕ ਆਧਾਰਿਤ ਸੰਰਚਨਾ ਦਾ ਇਹਨਾਂ ਦਾ ਯੂਜ਼ ਕਰਕੇ ਉਤਪਾਦਨ, ਠੀਕ ਹੈ ਨਾ, ਅਤੇ ਦੇਸ਼ ਦੇ ਜਿਹੜੀ ਉਦਯੋਗੀਕਰਨ ਦੀ ਜਿਹੜੀ ਗਤੀ ਆ ਉਹ ਇਹਨਾਂ ਨੂੰ ਤੇਜ਼ ਕਰ ਸਕਦੇ ਹਨ। ਕੌਣ ਤੇਜ਼ ਕਰ ਸਕਦਾ? ਵੱਡੇ ਉਤਪਾਦਨ, ਵੱਡੇ ਉਦਯੋਗ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਤੀਸਰਾ ਪੁਆਇੰਟ ਕਿ ਵੱਡੇ ਪੈਮਾਨੇ ਦੇ ਉਦਯੋਗ ਖੋਜੀ ਅਤੇ ਖੋਜੀਆਂ ਲਈ ਜ਼ਰੂਰੀ ਲੋੜੀਂਦੀ ਸਮਾਨ ਅਤੇ ਧਨ ਦਾ ਪ੍ਰਬੰਧ ਕਰ ਸਕਦੇ ਹਨ। ਯਾਨੀ ਜਿਹੜੇ ਵੱਡੇ ਉਦਯੋਗ ਹੈਗੇ ਉਹ ਨਵੀਆਂ ਚੀਜ਼ਾਂ ਖੋਜਣ ਵਾਸਤੇ ਜਿਹੜੇ ਆ ਅਤੇ ਖੋਜੀਆਂ ਕਰਨ ਵਾਲਿਆਂ ਲਈ ਉਹ ਜਿਹੜਾ ਆਪਣਾ ਧਨ ਯਾਨੀ ਪੈਸਾ ਹੈ ਕਿ ਉਹ ਖਰਚ ਉਹਨਾਂ ਉੱਤੇ ਕਰ ਸਕਦੇ ਹਨ। ਠੀਕ ਹੈ, ਤਾਂ ਕਿ ਉਹਨਾਂ ਨੂੰ ਵੀ ਭਵਿੱਖ ਵਿੱਚ ਵਧੇਰੇ ਲਾਭ ਪ੍ਰਾਪਤ ਹੋ ਸਕੇ। ਅਗਲਾ ਕੁਐਸਚਨ ਹੈ ਕਿ ਭਾਰਤ ਦੇ ਉਦਯੋਗੀਕਰਨ ਦੀ ਧੀਮੀ ਗਤੀ ਦੇ ਕੀ ਕਾਰਨ ਹਨ। ਜਿਹੜੇ ਭਾਰਤ ਦੇ ਵਿੱਚ ਜਿਹੜੀ ਉਦਯੋਗੀਕਰਨ ਉਹ ਧੀਮੀ ਹੈ, ਇਸ ਦੇ ਕਾਰਨ ਕੀ ਹੈ ਉਸ ਦੇ ਬਾਰੇ ਦੱਸਣਾ ਹੈ। ਠੀਕ ਹੈ, ਤੋ ਉੱਤਰ ਹੈ ਕਿ ਹੇਠ ਲਿਖੇ ਕਾਰਨ। ਪਹਿਲਾ ਕਾਰਨ ਹੈ ਕਿ ਵਿਦੇਸ਼ੀ ਰਾਜ। ਠੀਕ ਹੈ, ਭਾਰਤ ਦੇ ਵਿੱਚ ਵਿਦੇਸ਼ੀ ਰਾਜ ਸੀ, ਅੰਗਰੇਜ਼ਾਂ ਨੇ ਰਾਜ ਕੀਤਾ ਸੀ ਤਾਂ ਕਰਕੇ ਉਦਯੋਗਿਕ ਗਤੀ ਜਿਹੜੀ ਉਹ ਧੀਮੀ ਹੈ। ਦੂਸਰਾ ਹੈ ਕਿ ਕੁਸ਼ਲ ਮਜ਼ਦੂਰਾਂ ਦੀ ਘਾਟ। ਹੁਣ ਜਿਹੜੇ ਕੁਸ਼ਲ ਮਜ਼ਦੂਰ ਹੈਗੇ ਉਹਨਾਂ ਦੀ ਹੁਣ ਘਾਟ ਹੋ ਰਹੀ ਹੈ। ਤੀਸਰਾ ਹੈ ਕੱਚੇ ਮਾਲ ਦੀ ਕਮੀ। ਚੌਥਾ ਹੈ ਕਿ ਸਸਤੇ ਸ਼ਕਤੀ ਸਾਧਨਾਂ ਦੀ ਘਾਟ ਅਤੇ ਪੰਜਵਾਂ ਹੈ ਵਿੱਤੀ ਸੰਬੰਧੀ ਸੰਗਠਨਾਂ ਦੀ ਘਾਟ ਹੋ ਰਹੀ ਹੈ ਅਤੇ ਛੇਵਾਂ ਹੈ ਕਿ ਆਵਾਜਾਈ ਦੇ ਸੰਚਾਰ ਦਾ ਘੱਟ ਵਿਕਾਸ ਹੋ ਰਿਹਾ ਹੈ। ਠੀਕ ਹੈ, ਅਤੇ ਇਹ ਸਾਰੇ ਜਿਹੜੇ ਕਾਰਨ ਹਨ ਉਦਯੋਗੀਕਰਨ ਦੀ ਧੀਮੀ ਗਤੀ ਦੇ ਕਿਹੜੇ ਕਾਰਨ ਹਨ? ਵਿਦੇਸ਼ੀ ਰਾਜ, ਕੁਸ਼ਲ ਮਜ਼ਦੂਰਾਂ ਦੀ ਘਾਟ, ਕੱਚੇ ਮਾਲ ਦੀ ਕਮੀ, ਸਸਤੇ ਸ਼ਕਤੀ ਸਾਧਨ, ਵਿਕਰੀ ਸੰਬੰਧੀ ਸੰਗਠਨਾਂ ਦੀ ਘਾਟ ਅਤੇ ਆਵਾਜਾਈ ਅਤੇ ਸੰਚਾਰ ਦਾ ਘੱਟ ਵਿਕਾਸ। ਠੀਕ ਹੈ, ਇਸ ਤੋਂ ਅਗਲਾ ਪ੍ਰਸ਼ਨ ਹੈ ਕਿ ਭਾਰਤ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯੋਗਦਾਨਾਂ ਬਾਰੇ ਸੰਖੇਪ ਨੋਟ ਲਿਖੋ। ਜਿਹੜੇ ਸਰਕਾਰ ਆ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਕੀ ਯੋਗਦਾਨ ਕਰ ਰਹੀ ਹੈ ਜਾਂ ਫਿਰ ਕੀ ਉਤਪਾਦਨ ਕਰ ਰਹੀ ਹੈ, ਕੀ ਯਤਨ ਕਰ ਰਹੀ ਹੈ ਉਸ ਦੇ ਬਾਰੇ ਆਪਾਂ ਲਿਖਣਾ ਹੈ। ਠੀਕ ਹੈ, ਹੁਣ ਉੱਤਰ ਹੈ ਭਾਰਤ ਵਿੱਚ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਦੁਆਰਾ 1951 ਤੋਂ ਦੇਸ਼ ਦੇ ਵਿੱਚ 5 ਸਾਲ ਯੋਜਨਾਵਾਂ ਨੂੰ ਚਲਾਇਆ ਜਾ ਰਿਹਾ ਹੈ। ਠੀਕ ਹੈ, ਜਿਸ ਦੇ ਸਿੱਟੇ ਵਜੋਂ ਉਦਯੋਗਿਕ ਵਿਕਾਸ ਦਰ ਵਿੱਚ ਕਾਫੀ ਵਾਧਾ ਹੋਇਆ ਹੈ। ਠੀਕ ਹੈ, ਤੋ ਜਿਹੜਾ 1951 ਤੋਂ ਖੇਤੀ ਦੇ 5 ਸਾਲ ਯੋਜਨਾਵਾਂ ਨੂੰ ਚਲਾਇਆ ਜਾ ਰਿਹਾ ਜਿਸ ਦੇ ਕਾਰਨ ਖੇਤੀ ਦੇ ਵਿੱਚ ਵਿਕਾਸ ਦੇ ਵਿੱਚ ਕਾਫੀ ਵਾਧਾ ਹੋਇਆ। ਠੀਕ ਹੈ,
ਹੁਣ ਦੇਸ਼ ਦੇ ਵਿੱਚ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਗਿਆ ਹੈ। ਜਿਹੜੇ ਆਵਾਜਾਈ ਦੇ ਸਾਧਨ ਹਨ, ਗੱਡੀਆਂ, ਇਹਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਨਵੀਆਂ ਨਵੀਆਂ ਗੱਡੀਆਂ ਦੀਆਂ ਖੋਜ ਕੀਤੀਆਂ ਜਾ ਰਹੀਆਂ ਹਨ, ਵਧੀਆ ਵਧੀਆ ਗੱਡੀਆਂ ਬਣਾਈ ਜਾ ਰਹੀਆਂ ਹਨ, ਤਾਂ ਕਿ ਜਿਹੜਾ ਸਮਾਨ ਹੈ, ਜਿਹੜਾ ਮਾਲ ਆ ਜਿਹੜਾ ਤਿਆਰ ਕੀਤਾ, ਉਹ ਦੂਰ ਦੁਰਾਡੇ ਇਲਾਕਿਆਂ ਤੱਕ, ਦੂਰ ਦੁਰਾਡੇ ਸ਼ਹਿਰਾਂ ਤੱਕ ਆਸਾਨੀ ਦੇ ਨਾਲ ਜਿਹੜਾ ਉਹ ਪਹੁੰਚਾਇਆ ਜਾ ਸਕੇ। ਠੀਕ ਹੈ। ਹੁਣ ਅਗਲਾ ਹੈ ਕਿ ਬਿਜਲੀ ਉਤਪਾਦਨ ਦੇ ਵਿੱਚ ਵਾਧਾ ਕੀਤਾ ਗਿਆ ਹੈ। ਜਿਹੜਾ ਬਿਜਲੀ ਉਤਪਾਦਨ ਹੈ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਉਸ ਤੋਂ ਬਾਅਦ ਬਿਮਾਰ ਉਦਯੋਗ ਇਲਾਕਿਆਂ ਨੂੰ ਮੁੜ ਬਹਾਲ ਕਰਨ ਦੇ ਲਈ ਉਦਯੋਗਿਕ ਵਿੱਤ ਅਤੇ ਪੁਨਰ ਨਿਰਮਾਣ ਬੋਰਡ, ਠੀਕ ਹੈ, ਸੋ ਪੁਨਰ ਨਿਰਮਾਣ ਬੋਰਡ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ ਹੈ ਅਤੇ ਰਾਸ਼ਟਰੀ ਬਹਾਲ ਫੰਡ ਸਥਾਪਿਤ ਕੀਤੇ ਗਏ ਹਨ। ਠੀਕ ਹੈ। ਉਸ ਤੋਂ ਬਾਅਦ ਹੈ ਕਿ 1976 ਵਿੱਚ ਤਕਨੀਕੀ ਬੋਰਡ ਵਿਕਾਸ ਦੀ ਸਥਾਪਨਾ ਕੀਤੀ ਗਈ। ਕਿੰਨੇ ਵਿੱਚ? 1976 ਈਸਵੀ ਦੇ ਵਿੱਚ ਤਕਨੀਕੀ ਵਿਕਾਸ ਬੋਰਡ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ ਹੈ। ਇਹ ਸਾਨੂੰ ਯਾਦ ਕਰਨਾ ਕਿੰਨੇ ਦੇ ਵਿੱਚ? 1976 ਈਸਵੀ ਦੇ ਵਿੱਚ ਤਕਨੀਕੀ ਵਿਕਾਸ ਬੋਰਡ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ ਸੀ। ਅਗਲਾ ਹੈ ਕਿ ਇਸ ਦਾ ਮੁੱਖ ਮੰਤਵ ਉਦਯੋਗਿਕ ਇਕਾਈਆਂ ਨੂੰ ਆਧੁਨਿਕਰਨ ਅਤੇ ਉੱਚ ਪੱਧਤੀ ਤਕਨੀਕੀ ਅਪਣਾਉਣ ਦੇ ਯੋਗ ਬਣਾਉਣਾ ਸੀ। ਠੀਕ ਹੈ। ਅਤੇ ਇਸ ਦਾ ਮੁੱਖ ਮੰਤਵ ਕੀ ਹੈ ਕਿ ਉਦਯੋਗਿਕ ਇਕਾਈਆਂ ਜਿਹੜੀ ਹੈਗਾ ਉਹਨਾਂ ਨੂੰ ਆਧੁਨਿਕਰਨ ਅਤੇ ਉੱਚ ਪੱਧਤੀ ਤਕਨੀਕ ਅਪਣਾਉਣ ਦੇ ਯੋਗ ਬਣਾਉਣਾ ਸੀ। ਠੀਕ ਹੈ। ਤਾਂ ਦੋਸਤੋ, ਤੁਹਾਨੂੰ ਇਹ ਵੀਡੀਓ ਕਿੰਨੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਅਤੇ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਟਰਮ 2 ਦੇ ਤਿਆਰੀ ਕਰ ਸਕਣ। ਠੀਕ ਹੈ। ਥੈਂਕ ਯੂ।